ਲਹਿੰਦੇ ਪੰਜਾਬ ਦੀ ਤਹਿਸੀਲ ਚੂਣੀਆਂ ਦਾ ਮਾਲਖਾਨਾ ਜਾਂ ਗੱਡੀਆਂ ਦਾ ਕਬਰਸਤਾਨ। ਸ਼ਹਿਰੀਆਂ ਦੀਆਂ ਲੱਖਾਂ ਰੁਪਈਆਂ ਦੀਆਂ ਗੱਡੀਆਂ ਜ਼ੰਗ ਖਾ ਰਿਹਾ ਏ। ਆਖਿਰ ਜ਼ਿੰਮੇਦਾਰ ਕੌਣ ਏ? ਆਓ ਤੁਹਾਨੂੰ ਦਿਖਾਣੇ ਆ ਚੂਣੀਆਂ ਮਾਲਖਾਨੇ ਦੀ ਅਫਸੋਸਨਾਕ ਸੂਰਤ-ਏ-ਹਾਲ। ਮੈਂ ਤੁਹਾਡਾ ਹੋਸਟ ਮਹਿਰ ਵਕਾਰ ਅਨਵਰ। ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੀ ਪੁਲਿਸ ਏ ਉਹਦੀ ਕਾਰਕਰਦਗੀ ਕਿਸ ਤਰ੍ਹਾਂ ਦੀ ਏ, ਜਿਹੜੇ ਮਦਈ ਨੇ ਉਹਨਾਂ ਨੂੰ ਕਿੰਨੀਆਂ ਰਿਕਵਰੀਆਂ ਮਿਲਦੀਆਂ ਪਈਆਂ ਨੇ, ਇਸ ਤੋਂ ਇਲਾਵਾ ਜਿਹੜੇ ਥਾਣਿਆਂ ਦੇ ਵਿੱਚ ਗੱਡੀਆਂ ਤੇ ਮੋਟਰਸਾਈਕਲਾਂ ਨੇ ਉਹ ਬਾਹਰ ਸੜਦੀਆਂ ਪਈਆਂ ਨੇ, ਗਲਦੀਆਂ ਪਈਆਂ ਨੇ, ਲੇਕਿਨ ਮਦਈਆਂ ਨੂੰ ਰਿਕਵਰੀਆਂ ਨਹੀਂ ਦਿੱਤੀਆਂ ਜਾਂਦੀਆਂ ਪਈਆਂ। ਮੇਰੇ ਨਾਲ ਮੌਜੂਦ ਨੇ ਸੀਨੀਅਰ ਸਾਫੀ ਚੌਧਰੀ ਮਕਸੂਦ ਸਰਵਰ ਕੈਫੀ। ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ। ਕੀ ਦੱਸੋ ਦੇ? ਰਿਕਵਰੀਆਂ ਬਿਲਕੁਲ ਨਹੀਂ ਮਿਲਦੀਆਂ ਪਈਆਂ, ਵਾਰਦਾਤਾਂ ਹੋਈ ਜਾਂਦੀਆਂ ਪਈਆਂ ਨੇ, ਕਿਸੇ ਨੂੰ ਰਿਕਵਰੀ ਨਹੀਂ ਦਿੱਤੀ ਜਾਂਦੀ। ਥਾਣੇ 'ਚ ਤੁਸੀਂ ਜਾਣਾ, ਤੁਹਾਡੀ ਚੋਰੀ ਹੁੰਦੀ, ਡਕੈਤੀ ਹੁੰਦੀ, ਤੁਸੀਂ ਜਨਾਬ ਭੱਜ ਕੇ ਥਾਣੇ ਜਾਂਦੇ ਹੋ ਕਿ ਸਾਨੂੰ ਰਿਕਵਰੀ ਮਿਲ ਜਾਏਗੀ। ਤੁਸੀਂ ਇੱਕ ਐਪਲੀਕੇਸ਼ਨ ਲਿਖਦੇ ਹੋ, FIR ਕਰਵਾਉਂਦੇ ਹੋ, ਲੇਕਿਨ ਤੁਹਾਨੂੰ ਜਿਹੜੀ ਰਿਕਵਰੀ ਹੈ ਉਹ ਨਹੀਂ ਮਿਲਦੀ। ਤੁਹਾਡੀ FIR ਹੈ ਜਿਹੜੀ ਉਹ ਥੋੜ੍ਹੇ ਦਿਨਾਂ ਬਾਅਦ ਹੀ ਅਦਮ ਪਤਾ ਕਰ ਦਿੱਤੀ ਜਾਂਦੀ। ਅਦਮ ਪਤਾ ਵਾਲੀ ਅਸਲ ਕਹਾਣੀ ਹੈਗੀ ਕਿ ਆਵਾਮ ਨੂੰ ਇਹ ਦੱਸਣ ਦੀ ਜ਼ਰੂਰਤ ਹੈ, ਕਿਉਂਕਿ ਆਵਾਮ ਨੂੰ ਇਸ ਗੱਲ ਦਾ ਪਤਾ ਹੀ ਨਹੀਂ। ਉਹਨਾਂ ਨੂੰ ਪਤਾ ਹੈ ਕਿ ਅਸੀਂ ਦਰਖਾਸਤ ਦਿੱਤੀ ਆ, ਸਾਡਾ ਟੈਗ ਲੱਗ ਗਿਆ, ਸਾਡਾ ਥਾਣੇਦਾਰ ਹੈ, ਇਹ ਉੱਤੇ ਨੰਬਰ ਹੈ। ਇਹ ਅਸਲ ਕਹਾਣੀ ਕੀ? ਅਦਮ ਪਤਾ ਮਾਰ ਸਾਹਿਬ ਇਹ ਹੁੰਦਾ ਹੈ ਕਿ ਤੁਸੀਂ ਇੱਕ ਐਪਲੀਕੇਸ਼ਨ ਦੇ ਕੇ FIR ਜਦੋਂ ਕਰਵਾਉਂਦੇ ਹੋ ਨਾ, ਫਿਰ ਜ਼ਾਹਿਰ ਜੀ ਗੱਲ ਹੈ ਉਹ ਕਰਵਾਉਂਦੇ ਹੋ ਤੁਸੀਂ ਨਾਮਲੂਮ ਬੰਦਿਆਂ ਦੇ ਖਿਲਾਫ। ਜਦੋਂ ਅਸਲ ਮੁਲਜ਼ਮ ਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਤੇ ਤੁਸੀਂ ਨਾਮਜ਼ਦ ਨਹੀਂ ਕਰਦੇ, ਉਹ ਪਈ ਰਹਿੰਦੀ ਆਖਰ ਜਿਹੜਾ ਨਾ ਉਹ ਇਹ ਲਿਖ ਦਿੰਦੇ ਨੇ ਕਿ ਜਨਾਬ ਇਹਦੇ ਤੇ ਮਦਈ ਜਿਹੜਾ ਉਹ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ, ਜਾਂ ਜਨਾਬ ਅਸਲ ਮੁਲਜ਼ਮ ਜਦੋਂ ਲੱਭਣਗੇ ਮਦਈ ਕਹਿੰਦਾ ਮੈਂ ਫਿਰ ਇਹਦੇ ਤੇ ਕਾਰਵਾਈ ਕਰਾਵਾਂਗਾ। ਮਦਈ ਕੀ ਪਾਗਲ ਹੈ ਜਿਹੜਾ ਦਰਖਾਸਤ ਦਿੰਦਾ ਤੇ ਉਸ ਤੋਂ ਬਾਅਦ ਉਹ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ? ਬਸ ਉਹ ਕਈ ਵਾਰੀ ਇੰਝ ਹੁੰਦਾ ਨਾ ਕਿ ਮੁਲਜ਼ਮ ਟਰੇਸ ਨਹੀਂ ਹੁੰਦਾ, ਟਾਈਮ ਜ਼ਿਆਦਾ ਹੋ ਜਾਂਦਾ ਹੈ, ਫਿਰ ਪਰਚਿਆਂ ਨੂੰ ਅੰਨੇ ਬੰਨੇ ਵੀ ਨਾ ਲਾਉਂਦਾ ਇੱਕ, ਯਾਨੀ ਕਦਮ ਪਤਾ ਇੱਕ ਫੇਕ ਤਰੀਕਾ, ਇਲੀਗਲ ਤਰੀਕਾ ਹੈ ਕਿ ਉਹਨੂੰ ਇਹ ਸਾਈਡ 'ਤੇ ਕਰ ਦਿੰਦੇ ਨੇ, ਉਹਦਾ ਹਿਸਾਬ ਨਹੀਂ ਦੇਣਾ ਪੈਂਦਾ। ਜਦੋਂ ਕੱਲ੍ਹ ਨੂੰ ਮਦਈ 2-3 ਸਾਲ ਬਾਅਦ ਆਉਂਦਾ ਆ ਕਿ ਕਹਿੰਦਾ ਕਿ ਜਨਾਬ ਮੈਂ ਆ ਮੁਲਜ਼ਮ ਟਰੇਸ ਕਰ ਲਿਆ, ਉਹਦੇ 'ਚ ਇੱਕ ਐਪਲੀਕੇਸ਼ਨ ਲਿਖਵਾਉਂਦੇ ਨੇ, ਉਹ ਕਹਿੰਦਾ ਨੇ ਕਿ ਮੇਰੀ ਮਿਸਲ ਜਿਹੜੀ ਬਰਾਮਦ ਕੀਤੀ ਜਾਏ, ਉਹ ਵਾਪਸ ਆ ਜਾਂਦੀ ਤੇ ਉਹਦੇ 'ਚ ਨਾਮਜ਼ਦ ਕਰ ਦਿੰਦੇ ਨੇ। ਉਹਨੇ ਚਿਰ ਨੂੰ ਉਹਦਾ ਵਜੂਦ ਖਤਮ ਹੋ ਚੁੱਕਿਆ ਹੁੰਦਾ ਤੇ ਜਿਵੇਂ ਥਾਣੇ ਜਾਂਦੇ ਨੇ ਅਦਾਲਤਾਂ 'ਚ ਮੁਲਜ਼ਮ ਨੂੰ ਜੱਜ ਸਾਹਿਬ ਛੱਡ ਦਿੰਦੇ ਨੇ। ਤੇ ਇਸ ਤੋਂ ਇਲਾਵਾ ਤਹਿਸੀਲ ਚੂਣੀਆਂ ਦੇ ਵਿੱਚ ਜਿਹੜਾ ਮਾਲਖਾਨਾ ਬਣਿਆ ਹੋਇਆ ਹੈ, ਜਿੱਥੇ ਮੋਟਰਸਾਈਕਲਾਂ ਤੇ ਗੱਡੀਆਂ ਫੜੀਂਦੀਆਂ ਨੇ ਜਾਂਦੀਆਂ ਨੇ, ਤੇ ਉਹਦੇ ਦਰਵਾਜ਼ੇ ਦੇ ਬਾਹਰ ਤਾਂ ਗੱਡੀਆਂ ਇੰਝ ਰੋਲਦੀਆਂ ਪਈਆਂ ਨੇ ਜਿਵੇਂ ਕਬਾੜਖਾਨੇ ਦੇ ਵਿੱਚ ਪਈਆਂ ਹੁੰਦੀਆਂ ਨੇ। ਲੱਖਾਂ ਰੁਪਈਆਂ ਦੀਆਂ ਕੀਮਤੀ ਗੱਡੀਆਂ ਦਾ ਇਹ ਹਾਲ ਹੋਇਆ ਪਿਆ। ਇਹਦੀ ਨਾਅਹਿਲੀ ਕਿਸ ਤਰ੍ਹਾਂ ਸਾਹਮਣੇ ਆਵੇ? ਮਾਰ ਸਾਹਿਬ ਇੱਕ ਵਕਤ ਹੁੰਦਾ ਸੀ ਕਿ ਚੋਰੀ ਡਕੈਤੀ ਦੀਆਂ ਮੋਟਰਸਾਈਕਲਾਂ ਗੱਡੀਆਂ ਬਹੁਤ ਜ਼ਿਆਦਾ ਯਾਨੀ ਫੜੀਆਂ ਜਾਂਦੀਆਂ ਸੀ, ਨਾਕੇ ਲੱਗਦੇ ਸੀ, ਇਸ ਤੋਂ ਹਟ ਕੇ ਜਿਹੜਾ ਇਹ ਰੇਡ ਕਰਕੇ ਯਾਨੀ ਕਿ ਥਾਣਾ ਨਾ ਭਰਿਆ ਹੁੰਦਾ ਸੀ। ਅੱਜ ਕੱਲ੍ਹ ਅੱਲਾ ਦੇ ਹੁਕਮ ਨਾਲ ਕਿਸੇ ਵੀ ਥਾਣੇ ਚਲੇ ਜਾਓ ਇੱਕ ਮੋਟਰਸਾਈਕਲ ਵੀ ਤੁਹਾਨੂੰ ਨਜ਼ਰ ਨਹੀਂ ਆਵੇਗੀ। ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਸਰ 1986 ਤੋਂ ਲੱਗ ਕੇ ਹੁਣ ਤੱਕ ਜਿਹੜੀਆਂ ਨਾ ਜਮ੍ਹਾਂ ਪੂੰਜੀ ਰੱਖਿਆ ਹੋਇਆ ਹੈ, ਇਹ ਸੰਭਾਲ ਕੇ ਜ਼ੇਵਰ ਆਪਦਾ, ਇਹ ਤੁਹਾਨੂੰ ਇਹ ਹੀ ਨਜ਼ਰ ਆਏਗਾ। ਇਹਦੇ ਇਹੋ ਰਿਕਵਰੀਆਂ ਪਾਈ ਜਾਂਦੇ ਨੇ, ਉਹ ਹੀ ਉੱਥੇ ਵਾਪਸ ਆਈ ਜਾਂਦੀਆਂ ਨੇ, ਫਿਰ ਇਹੋ ਹੀ ਚੁੱਕ ਕੇ ਮਾਲਖਾਨੇ ਚਲੀਆਂ ਜਾਂਦੀਆਂ ਨੇ। ਬਸ ਅਜੀਬ ਸਿਸਟਮ ਹੈ ਜੀ। ਤੇ IG ਸਾਹਿਬ ਨੇ ਕਰੋੜਾਂ ਰੁਪਏ ਲਾ ਕੇ ਥਾਣਿਆਂ ਨੂੰ ਮਾਡਲ ਸਿਸਟਮ ਬਣਾ ਦਿੱਤਾ ਹੈ, ਤੇ ਰਵੱਈਆਂ ਵਿੱਚ ਤਬਦੀਲੀ ਕਿਦੋਂ ਆਵੇਗੀ? ਮਾਰ ਸਾਹਿਬ ਜਿਹੜੇ ਥਾਣੇ ਨੇ ਨਾ ਉਹ ਤੇ ਮੰਨਣਾ ਪੈਦਾ ਕਿ ਬੜੇ ਕਮਾਲ ਦੇ ਬਣਾਤੇ ਨੇ। ਪਹਿਲੇ ਛੱਪਰ ਹੁੰਦੇ ਸੀ ਜਨਾਬ, ਅੱਗੇ ਬਰਾਂਦੇ ਹੁੰਦੇ ਸੀ, ਬੇਕਾਰ ਜਿਹਾ ਥਾਣੇ ਹੁੰਦੇ ਸੀ, ਲੇਕਿਨ ਲੋਕਾਂ ਨੂੰ ਤਾਂ ਚਾਹੀਦੀ ਹੁੰਦੀ FIR ਰਿਕਵਰੀ। ਉਦੋਂ ਬਲਕਿ ਜਦੀਦ ਥਾਣਿਆਂ ਦੀ ਨਿਸਬਤ ਉਦੋਂ ਰਿਕਵਰੀਆਂ ਜ਼ਿਆਦਾ ਮਿਲਦੀਆਂ ਸੀ। ਜੇ ਕਿਸੇ ਦੀ ਵਾਰਦਾਤ ਹੁੰਦੀ ਸੀ ਉਹਦੇ ਚੋਰ ਵੀ ਲੱਭ ਜਾਂਦੇ ਸੀ, ਵਾਰਦਾਤ ਵੀ ਲੱਭ ਜਾਂਦੀ ਸੀ, ਉਹਨੂੰ ਕੋਈ ਫਾਇਦਾ ਹੁੰਦਾ ਸੀ। ਜਦੋਂ ਦੇ ਮਾਡਲ ਥਾਣੇ ਬਣੇ ਨੇ ਬਸ ਉਹਨੇ ਬੰਦੇ ਨੂੰ ਉੱਥੇ ਸੈਰ ਕਰਨ ਥੋੜ੍ਹਾ ਜਾਣਾ, ਮਾਡਲ ਹੋ ਗਈਆਂ ਨੇ, ਸੈਰ ਕਰਨ ਥੋੜ੍ਹਾ ਜਾਣਾ ਕਿ ਜਨਾਬ ਸਾਡਾ ਥਾਣਾ ਬੜਾ ਖੂਬਸੂਰਤ ਹੈ, ਅਸੀਂ ਜਰਾ ਭੱਜ ਕੇ ਵੇਖ ਆਈਏ। ਲੋਕਾਂ ਨੂੰ ਤਾਂ ਸਾਰਾ ਆਪਦੇ ਨਾਲ ਹੀ, ਉਹਨਾਂ ਤੁਹਾਡਾ ਥਾਣਾ ਨਹੀਂ ਵੇਖਣਾ, ਉਹਨਾਂ ਇਨਸਾਫ ਵੇਖਣਾ। ਅਗਰ ਕਿਸੇ ਦਾ ਕੋਈ ਬੰਦਾ ਮਰਡਰ ਹੋ ਗਿਆ ਉਹਨੇ ਇਹ ਵੇਖਣਾ ਕਿ ਮੈਨੂੰ ਜਨਾਬ ਇਨਸਾਫ ਕੀ ਦਿੰਦੇ ਪੈਣ। ਅਗਰ ਕਿਸੇ ਦੀ ਚੋਰੀ ਹੋ ਗਈ ਉਹਨੇ ਵੇਖਣਾ ਕਿ ਮੈਨੂੰ ਰਿਕਵਰੀ ਕੀ ਦਿੰਦੇ ਪੈਣ। ਉਹਨੇ ਇਹ ਨਹੀਂ ਵੇਖਣਾ ਕਿ ਜਨਾਬ ਇੱਥੇ ਸੀਲਿੰਗ ਕਿੰਝ ਦੀ ਹੋਈ ਹੈ, ਦੀਵਾਰਾਂ ਕਿੰਝ ਦੀਆਂ ਹੋਈਆਂ ਨੇ, ਇੱਥੇ ਜਨਾਬ ਪੈਂਟਿੰਗ ਕਿਹੜੀ ਲੱਗੀ ਹੈ। ਇਹ ਸਰ ਫਜ਼ੂਲ ਚੀਜ਼ਾਂ ਨੇ, ਐਵੇਂ ਇੰਨੇ ਪੈਸੇ ਲਾ ਕੇ ਜਨਾਬ ਇੱਧਰ ਇਹਨਾਂ ਨੂੰ ਚੌੜਿਆਂ ਕਰਨ ਵਾਲੀ ਗੱਲ ਹੈ। ਤੇ ਇਸ ਤੋਂ ਇਲਾਵਾ ਜਿਹੜੀ ਕ੍ਰਾਈਮ ਦੀ ਸ਼ਰ੍ਹਾ ਹੈ ਉਹਦੇ ਵਿੱਚ ਇਜ਼ਾਫਾ ਕਿਸ ਤਰ੍ਹਾਂ ਹੋਇਆ ਹੈ, ਇਹਦੇ ਵਿੱਚ ਕਮੀ ਕਿਸ ਤਰ੍ਹਾਂ ਆ ਸਕਦੀ ਹੈ ਤੇ ਕਿਸ ਤਰ੍ਹਾਂ ਆਵੇਗੀ? ਲੋਕਾਂ ਦੇ ਨਾਲ ਪੁਲਿਸ ਨੂੰ ਕਿਸ ਤਰ੍ਹਾਂ ਮੁਹੱਬਤ ਪਿਆਰ ਕਰਨਾ ਚਾਹੀਦਾ ਤਾਂ ਕਿ ਲੋਕ ਉਹਨਾਂ ਨੂੰ ਸਲਾਮ ਕਰਨ ਤੇ ਖੁਸ਼ਹਾਲ ਹੋਣ? ਸਰ ਵੇਖੋ, ਕੋਈ ਵੀ ਬੰਦਾ ਪੁਲਿਸ ਵਾਲਾ ਹੈ ਜਾਂ ਸਰਕਾਰੀ ਟੀਚਰ ਹੈ ਜਾਂ ਅਸੀਂ ਹਾਂ ਸੋਸ਼ਲ ਵਰਕਰ, ਜਦੋਂ ਅਸੀਂ ਕਿਸੇ ਵਾਸਤੇ ਆਸਾਨੀਆਂ ਪੈਦਾ ਕਰਾਂਗੇ, ਅੱਛਾ ਕੰਮ ਕਰਾਂਗੇ, ਸਰ ਸਾਨੂੰ ਸਲਾਮ ਕਰਵਾਉਣ ਦੀ ਜ਼ਰੂਰਤ ਨਹੀਂ ਪਏਗੀ। ਲੋਕ ਖੁਦ ਬ ਖੁਦ ਸਾਡੀ ਇੱਜ਼ਤ ਕਰਨ ਦੇ, ਤੇ ਉਹ ਇੱਜ਼ਤ ਦਿਲੋਂ ਕਰਨ ਦੇ। ਤੇ ਜਿਹੜਾ ਅੱਜ ਕੱਲ੍ਹ ਪੁਲਿਸ ਕੰਮ ਕਰ ਰਹੀ ਹੈ ਮਾਸ਼ਾਅੱਲਾ, ਸਿਆਸੀ ਬੰਦਿਆਂ ਦੇ ਕਹਿਣ ਤੇ ਰਾਤ ਨੂੰ ਚਾਦਰ ਚਾਰ ਦੀਵਾਰੀ ਦਾ ਤਕੱਦਸ ਪਮਾਲ ਕਰਦੇ ਨੇ ਕਿ ਜਨਾਬ ਤੁਸੀਂ ਫਲਾਣੀ ਜਮਾਤ ਦਿਓ, ਫਲਾਣੀ ਜਮਾਤ ਦਿਓ। ਤੇ ਯਾਰ ਇਹ ਨਹੀਂ ਹੋਣਾ ਚਾਹੀਦਾ। ਇਹਦੀ ਵਜ੍ਹਾ ਨਾਲ ਹੀ ਜਿਹੜੀ ਇਹ ਪੁਲਿਸ ਦਾ ਮਿਆਰ ਹੈ, ਮੁਰਾਲ ਹੈ, ਇਹ ਬਹੁਤ ਜ਼ਿਆਦਾ ਡਾਊਨ ਹੋ ਚੁੱਕਿਆ ਹੈ।
ਤੇ ਜਿਹੜਾ ਗਸ਼ਤ ਦਾ ਨਿਜ਼ਾਮ ਹੈ ਉਹਨੂੰ ਕਿਸ ਹੱਦ ਤੱਕ ਪੁਲਿਸ ਨੂੰ ਬਿਹਤਰ ਕਰਨਾ ਚਾਹੀਦਾ ਤਾਂ ਕਿ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਦੇ ਵਿੱਚ ਕਮੀ ਆ ਜਾਵੇ ਤੇ ਸ਼ਹਿਰੀ ਜਿਹੜੇ ਨੇ ਸੁੱਖ ਦਾ ਸਾਂਸ ਲੈ ਸਕਣ। ਮਾਰ ਸਾਹਿਬ ਇਹ ਬੜਾ ਇੰਟਰਸਟਿੰਗ ਤੁਹਾਡਾ ਪੁਆਇੰਟ ਹੈ ਕਿ ਗਸ਼ਤ ਦਾ ਨਿਜ਼ਾਮ ਉਦੋਂ ਹੀ ਬਿਹਤਰ ਹੋ ਸਕਦਾ ਜਦੋਂ ਜਨਾਬ ਪੁਲਿਸ ਨੂੰ ਪੈਟਰੋਲ ਹੈ ਜਿਹੜਾ ਨਾ ਉਹ ਜ਼ਿਆਦਾ ਮਿਕਦਾਰ ਵਿੱਚ ਦਿਓਗੇ। ਜਦੋਂ ਤੁਸੀਂ ਪੈਟਰੋਲ ਦੇਣਾ 3 ਲੀਟਰ, ਉਹ ਫਿਰ ਜਿੱਥੇ ਮੁੱਕ ਜਾਂਦਾ ਜਨਾਬ ਉੱਥੇ ਉਹ ਗੱਡੀ ਸਾਈਡ ਤੇ ਲਾ ਕੇ ਉਹ ਵੀ ਬਹਿ ਜਾਂਦੇ ਨੇ, ਉਹਨੇ ਤੈਨੂੰ ਜਨਾਬ ਆਸੇ-ਪਾਸੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ, ਨਫਰੀ ਹੁੰਦੀ ਕੋਈ ਨਹੀਂ, ਬੰਦਾ ਥਾਣੇ ਲੱਭਦਾ ਕੋਈ ਨਹੀਂ। 14 ਬੰਦੇ 6 ਲੱਖ ਦੀ ਆਬਾਦੀ ਤੇ 14 ਬੰਦੇ ਲੱਗੇ ਹੁੰਦੇ ਨੇ, ਉਹਨਾਂ ਵਿੱਚੋਂ ਕੋਈ ਪੈਰਵੀ ਤੇ ਕੋਈ ਕਿਤੇ ਬਸ ਅਜੀਬ ਹੀ ਨਿਜ਼ਾਮ ਹੈ। ਸਭ ਤੋਂ ਪਹਿਲੇ ਨਫਰੀ ਵਧੇ, ਫਿਰ ਇਹਨਾਂ ਦਾ ਪੈਟਰੋਲ ਵਧਾਇਆ ਜਾਏ ਤਾਂ ਕਿ ਜਨਾਬ ਚੌਕਸ ਰਹਿਣ 24 ਘੰਟੇ ਜਨਾਬ ਕਦੀ ਇੰਝ ਨੂੰ ਲੋਕਾਂ ਤੇ ਪ੍ਰੈਸ਼ਰ ਰਹਿੰਦਾ ਹੈ। ਜਿਹੜੇ ਜਰਾਇਮ ਪੇਸ਼ਾ ਲੋਕ ਇਹਨਾਂ ਨੂੰ ਪਤਾ ਹੁੰਦਾ ਕਿ ਯਾਰ ਕਿਸੇ ਵੀ ਪਾਸੋਂ ਪੁਲਿਸ ਆ ਸਕਦੀ। ਪਹਿਲੇ ਸਾਡੇ ਮੁਹਾਫਿਜ਼ ਹੁੰਦੇ ਸੀ ਮੋਟਰਸਾਈਕਲਾਂ ਤੇ, ਉਹਨਾਂ ਗਲੀਆਂ ਮਹੱਲਿਆਂ ਦੇ ਵਿੱਚ ਬੜਾ ਕੁਝ ਕਲੀਅਰ ਕੀਤਾ ਹੋਇਆ ਸੀ, ਲੇਕਿਨ ਉਹ ਵੀ ਖਤਮ ਕਰ ਦਿੱਤਾ ਗਿਆ। ਬਸ ਹੁਣ ਅੱਲਾ ਦੇ ਸਬੁਰਦੀ ਹੈ, ਤੁਹਾਡੀ ਵਾਰਦਾਤ ਹੋਣੀ ਹੈ, ਪਰਚਾ ਹੋਣਾ, ਉਹ ਆਦਮ ਪਤਾ, ਉਹ ਸਾਰਾ ਕਿੱਸਾ ਕਹਾਣੀ ਹੈ। ਯਾਨੀ ਕਿ ਪਹਿਲੇ ਮੁਹਾਫਿਜ਼ ਸੀ ਤੇ ਹੁਣ ਅੱਲਾ ਹਾਫਿਜ਼ ਨੇ। ਅੱਲਾ ਹਾਫਿਜ਼। ਜੀ ਤੁਸੀਂ ਵੇਖਿਆ ਹੈ ਕਿ ਕਿਸ ਤਰ੍ਹਾਂ ਜਿਹੜੇ ਪੁਲਿਸ ਦੇ ਰਵੱਈਏ ਨੇ ਉਹ ਬਣੇ ਪਏ ਨੇ ਤੇ ਲੋਕਾਂ ਨੂੰ ਜਿਹੜੀਆਂ ਰਿਕਵਰੀਆਂ ਦੇਣ ਦਾ ਕੰਮ ਹੈ ਉਹ ਕਿਸ ਤਰ੍ਹਾਂ ਰੁਕਿਆ ਪਿਆ। ਪੁਲਿਸ ਦੇ ਜਿਹੜੇ ਮੁਲਾਜ਼ਮੀਨ ਨੇ ਉਹਨਾਂ ਦੀ ਤਾਦਾਦ ਵਧਾਈ ਜਾਵੇ ਤਾਂ ਕਿ ਲੋਕਾਂ ਦੇ ਫਾਇਦੇ ਹੋ ਜਾਣ, ਜਿਹੜੇ ਨੁਕਸਾਨ ਹੁੰਦੇ ਪਏ ਨੇ। ਇਸੇ ਤਰ੍ਹਾਂ ਹੀ ਜਿਹੜੀਆਂ ਬਾਰ-ਬਾਰ ਰਿਕਵਰੀਆਂ ਪਾਉਣ ਦਾ ਕੰਮ ਕੀਤਾ ਜਾਂਦਾ ਪਿਆ ਉਹ ਵੀ ਫੌਰੀ ਤੌਰ ਦੇ ਉੱਤੇ ਖਤਮ ਕੀਤਾ ਜਾਵੇ ਤਾਂ ਕਿ ਜਿਹੜੀਆਂ ਲੱਖਾਂ ਰੁਪਈਆਂ ਦੀਆਂ ਕੀਮਤੀ ਗੱਡੀਆਂ ਕਬਾੜ ਬਣਦੀਆਂ ਪਈਆਂ ਨੇ, ਜਿਹੜੇ ਮਾਲਕਾਨ ਨੇ ਜਿਨ੍ਹਾਂ ਨੇ ਖਰੀਦੀਆਂ ਹੋਈਆਂ ਨੇ ਉਹਨਾਂ ਨੂੰ ਵਾਪਸ ਮਿਲ ਜਾਣ ਤੇ ਉਹਨਾਂ ਦਾ ਫਾਇਦਾ ਹੋ ਜਾਵੇ। ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਦਿਓ ਇਜਾਜ਼ਤ। ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫਿਰ ਹੋਵੇਗੀ ਮੁਲਾਕਾਤ। ਉਦੋਂ ਤੱਕ ਅੱਲਾ ਨਿਗਹਿਬਾਨ।